ਨਮਸਕਾਰ, ਤੁਸੀਂ ਦੇਖ ਰਹੇ ਹੋ ਰਿਤਮ ਪੰਜਾਬੀ। ਮੈਂ ਹਾਂ ਤੇਜਸਵਨੀ ਰਾਏ। ਇੱਕ ਵਾਰ ਕਲਪਨਾ ਕਰੋ, ਕਰੀਬ 33 ਸਾਲ ਪਹਿਲਾਂ ਦਾ ਉਹ ਦੌਰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਪੀਵੀ ਨਰਸਿਮਹਾ ਰਾਓ ਸੀ ਅਤੇ ਵਿੱਤ ਮੰਤਰੀ ਮਨਮੋਹਨ ਸਿੰਘ ਸਨ। ਇਹਨਾਂ ਦੋਹਾਂ ਦੀ ਜੋੜੀ ਨੇ ਉਸ ਸਮੇਂ ਦੇਸ਼ ਦੀ ਆਰਥਿਕਤਾ ਨੂੰ ਗਲੋਬਲਾਈਜੇਸ਼ਨ ਨਾਲ ਜੋੜ ਕੇ ਇੱਕ ਅਜਿਹੀ ਦਿਸ਼ਾ ਦਿੱਤੀ ਜਿਸ ਨਾਲ ਦੇਸ਼ ਲਈ ਦੁਨੀਆ ਦੇ ਸਾਰੇ ਦਰਵਾਜ਼ੇ ਖੁੱਲ ਗਏ। ਇਸ ਦੇ ਨਾਲ ਹੀ ਭਾਰਤ ਵਿੱਚ ਉਹਨਾਂ ਵਿਦੇਸ਼ੀ ਕੰਪਨੀਆਂ ਤੇ ਵਿਸ਼ਵ ਅਰਥਵਿਵਸਥਾ ਦੇ ਉਹਨਾਂ ਤਾਕਤਵਰ ਲੋਕਾਂ ਦਾ ਦਾਖਲਾ ਆਸਾਨ ਹੋ ਗਿਆ ਜੋ ਭਾਰਤ ਨੂੰ ਇੱਕ ਵੱਡੇ ਬਾਜ਼ਾਰ ਵਜੋਂ ਦੇਖਦੇ ਨੇ। ਉਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਹੋਣ ਜਾਂ ਫਿਰ ਉਸ ਤੋਂ ਬਾਅਦ 10 ਸਾਲ ਦੀ ਯੂਪੀਏ ਸਰਕਾਰ ਜਿਸ ਦੀ ਅਗਵਾਈ ਦੇਸ਼ ਵਿੱਚ ਉਦਾਰੀਕਰਨ ਲਿਆਉਣ ਵਾਲੇ ਮਨਮੋਹਨ ਸਿੰਘ ਵੱਲੋਂ ਕੀਤੀ ਜਾ ਰਹੀ ਸੀ, ਉਸ ਸਮੇਂ ਦੌਰਾਨ ਦੇਸ਼ ਦੇ ਵਿਕਾਸ ਦੀ ਰਫ਼ਤਾਰ ਰਾਕਟ ਵਾਂਗ ਦੌੜ ਰਹੀ ਸੀ। ਉਸ ਤੋਂ ਬਾਅਦ ਦੌਰ ਆਇਆ ਦੇਸ਼ ਦੇ ਹਾਲ ਹੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ। ਆਪਣੇ ਕਾਰਜਕਾਲ ਦੌਰਾਨ ਉਹਨਾਂ ਨੂੰ ਦੇਸ਼ ਦੀ ਅਰਥਵਿਵਸਥਾ ਨੂੰ ਨਵਾਂ ਮੋੜ ਦਿੱਤਾ ਅਤੇ ਵਿਸ਼ਵ ਮੰਚ ਤੇ ਦੇਸ਼ ਦੇ ਅਕਸ ਨੂੰ ਇੱਕ ਨਵਾਂ ਆਕਾਰ ਦਿੱਤਾ, ਜਿਸ ਵਿੱਚ ਇਹ ਜਾਪਦਾ ਸੀ ਕਿ ਸਿਰਫ ਭਾਰਤ ਹੀ ਵਿਸ਼ਵ ਦੇ ਵਿਕਾਸ ਦਾ ਇੰਜਨ ਬਣ ਸਕਦਾ ਹੈ। ਅੱਜ ਦੇਸ਼ ਡਿਜੀਟਲ ਇੰਡੀਆ ਦੇ ਆਧਾਰ ਤੇ ਦੁਨੀਆ ਦੇ ਇੱਕ ਵਿਕਸਿਤ ਦੇਸ਼ਾਂ ਨੂੰ ਪਿੱਛੇ ਛੱਡਦਾ ਨਜ਼ਰ ਆ ਰਿਹਾ ਹੈ। ਯੂਪੀਆਈ ਜੋ ਕਿ 10 ਸਾਲ ਦਾ ਵੀ ਨਹੀਂ ਹੋਇਆ ਹੈ, ਉਹ ਦੁਨੀਆ ਦਾ ਸਭ ਤੋਂ ਵੱਡਾ ਵਿਕਲਪਿਕ ਭੁਗਤਾਨ ਪ੍ਰਣਾਲੀ ਬਣ ਗਿਆ ਹੈ। ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਐਪਲ ਹੁਣ ਚੀਨ ਨੂੰ ਛੱਡ ਕੇ ਭਾਰਤ ਵਿੱਚ ਆਪਣੇ ਉਤਪਾਦਾਂ ਦਾ ਨਿਰਮਾਣ ਕਰ ਰਹੀ ਹੈ। ਫੇਸਬੁੱਕ ਤੋਂ ਲੈ ਕੇ ਗੂਗਲ ਤੱਕ ਅਤੇ ਇਸ ਦੇ ਨਾਲ ਹੀ ਮਾਈਕਰੋਸਾਫਟ ਤੱਕ ਬਹੁਤ ਸਾਰੀਆਂ ਕੰਪਨੀਆਂ ਭਾਰਤ ਵਿੱਚ ਨਿਵੇਸ਼ ਕਰ ਰਹੀਆਂ ਨੇ ਅਤੇ ਭਾਰਤ ਨੂੰ ਇੱਕ ਅਜਿਹਾ ਦੇਸ਼ ਬਣਾਉਣ ਵਿੱਚ ਮਦਦ ਕਰ ਰਹੀਆਂ ਨੇ ਜਿਸ ਦੀ ਕਦੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਸਵਾਲ ਇਹ ਹੈ ਕਿ ਕਦੇ ਕਿਸੇ ਨੇ ਸੋਚਿਆ ਹੋਣਾ ਕਿ ਭਾਰਤ ਜੋ 1990 ਵਿੱਚ ਅਮਰੀਕਾ, ਯੂਰਪ ਅਤੇ ਇੱਥੋਂ ਤੱਕ ਕਿ ਕਈ ਏਸ਼ੀਆਈ ਦੇਸ਼ਾਂ ਤੋਂ ਵੀ ਪਿਛੜ ਗਿਆ ਸੀ, ਹੁਣ ਦੁਨੀਆ ਦਾ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਬਣ ਗਿਆ। ਇਹ ਤਾਂ ਛੱਡੋ, ਇਹ ਅਗਲੇ ਕੁਝ ਸਾਲਾਂ ਵਿੱਚ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਕਗਾਰ ਤੇ ਹੈ। ਜੀ ਹਾਂ, 1990 ਦੇ ਦੌਰ ਨੂੰ ਦੇਖਣ ਅਤੇ ਸਮਝਣ ਵਾਲਿਆਂ ਲਈ ਸ਼ਾਇਦ ਅੱਜ ਦੀ ਹਕੀਕਤ ਸੁਪਨੇ ਵਰਗੀ ਹੋਵੇਗੀ, ਪਰ ਜਦੋਂ ਅਸੀਂ 1990 ਦੀ ਗੱਲ ਕਰ ਰਹੇ ਹਾਂ ਤਾਂ ਇਤਿਹਾਸ ਦੇ ਪੰਨਿਆਂ ਨੂੰ ਦੁਬਾਰਾ ਖੋਲ ਲੈਂਦੇ ਹਾਂ ਅਤੇ ਗੱਲ ਕਰਦੇ ਹਾਂ ਉਸ ਸਮੇਂ ਦੌਰਾਨ ਦੇਸ਼ ਦੀ ਜੀਡੀਪੀ ਕੀ ਸੀ। ਉਸ ਸਮੇਂ ਯੂਰੋਪੀਅਨ ਯੂਨੀਅਨ ਦੇ ਦੋ ਸਭ ਤੋਂ ਵੱਡੇ ਦੇਸ਼ ਬ੍ਰਿਟੇਨ ਅਤੇ ਫਰਾਂਸ ਜੀਡੀਪੀ ਦੇ ਮਾਮਲੇ ਵਿੱਚ ਭਾਰਤ ਤੋਂ ਕਿੰਨੇ ਕੁ ਅੱਗੇ ਸਨ। ਮੌਜੂਦਾ ਸਥਿਤੀ ਇਸ ਦੇ ਬਿਲਕੁਲ ਉਲਟ ਹੈ। ਯੂਕੇ ਭਾਵ ਬ੍ਰਿਟੇਨ ਮੌਜੂਦਾ ਸਮੇਂ 'ਚ ਯੂਰੋਪੀਆ ਯੂਨੀਅਨ ਦਾ ਮੈਂਬਰ ਨਹੀਂ ਹੈ, ਪਰ ਅੱਜ ਉਹ ਭਾਰਤ ਨਾਲ ਮੁਕਤ ਵਪਾਰ ਸਮਝੌਤਾ ਕਰਕੇ ਆਪਣੇ ਆਪ ਤੇ ਮਾਣ ਮਹਿਸੂਸ ਕਰ ਰਿਹਾ ਹੈ। ਜਿਹੜੇ ਫਰਾਂਸ ਦੀ ਚਰਚਾ ਦੁਨੀਆ ਦੇ ਵਿਕਸਿਤ ਦੇਸ਼ਾਂ ਵਿੱਚ ਹੁੰਦੀ ਸੀ, ਉਹ ਅੱਜ ਜੀਡੀਪੀ ਵਿੱਚ ਭਾਰਤ ਤੋਂ ਕਾਫੀ ਪਿੱਛੇ ਰਹਿ ਗਏ ਹੈ। ਆਓ ਅੰਕੜਿਆਂ ਦੀ ਭਾਸ਼ਾ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ 1990 ਵਿੱਚ ਭਾਰਤ ਅਤੇ ਉਹਨਾਂ ਦੋ ਦੇਸ਼ਾਂ ਦੀ ਸਥਿਤੀ ਕੀ ਸੀ। ਇਹ ਤਿੰਨੇ ਦੇਸ਼ ਹੁਣ ਕਿੱਥੇ ਖੜੇ ਨੇ। 1990 ਦੇ ਦਹਾਕੇ ਵਿੱਚ ਦੇਸ਼ ਦੀ ਜੀਡੀਪੀ $500 ਬਿਲੀਅਨ ਵੀ ਨਹੀਂ ਸੀ। ਜੀ ਹਾਂ, ਤੁਸੀਂ ਸਹੀ ਸੁਣਿਆ, ਉਸ ਸਮੇਂ ਦੀ ਇਹੀ ਸੱਚਾਈ ਸੀ। ਜੇਕਰ ਅਸੀਂ ਉਸ ਸਾਲ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਦੇਸ਼ ਦੀ ਜੀਡੀਪੀ $320 ਬਿਲੀਅਨ ਯਾਨੀ $0.32 ਟ੍ਰਿਲੀਅਨ ਸੀ, ਜਦੋਂ ਕਿ ਬ੍ਰਿਟੇਨ ਅਤੇ ਫਰਾਂਸ ਦੋਵੇਂ $1 ਟ੍ਰਿਲੀਅਨ ਦੀ ਆਰਥਿਕਤਾ ਨੂੰ ਪਾਰ ਕਰ ਚੁੱਕੇ ਸਨ। ਅੰਕੜਿਆਂ ਮੁਤਾਬਕ ਉਸ ਸਮੇਂ ਬ੍ਰਿਟੇਨ ਦੀ ਅਰਥਵਿਵਸਥਾ $1.2 ਟ੍ਰਿਲੀਅਨ ਦੀ ਅਰਥਵਿਵਸਥਾ ਬਣ ਚੁੱਕੀ ਸੀ, ਜਦੋਂ ਕਿ ਫਰਾਂਸ ਦੀ ਆਰਥਿਕਤਾ ਦਾ ਅੰਕੜਾ $1.27 ਟ੍ਰਿਲੀਅਨ ਦੇ ਨੇੜੇ ਸੀ। ਇਸ ਦਾ ਮਤਲਬ ਹੈ ਕਿ ਬ੍ਰਿਟੇਨ ਦੀ ਅਰਥਵਿਵਸਥਾ ਭਾਰਤ ਤੋਂ 3.75 ਗੁਣਾ ਅੱਗੇ ਸੀ, ਜਦੋਂ ਕਿ ਫਰਾਂਸ ਦੀ ਆਰਥਿਕਤਾ 3.96 ਗੁਣਾ ਜ਼ਿਆਦਾ ਵੱਡੀ ਇਕਨੋਮੀ ਸੀ। ਭਾਵ ਭਾਰਤ, ਬ੍ਰਿਟੇਨ ਅਤੇ ਫਰਾਂਸ ਵਿਚਕਾਰ ਬਹੁਤ ਵੱਡਾ ਅੰਤਰ ਸੀ। ਹੁਣ ਗੱਲ ਕਰਦੇ ਹਾਂ ਮੌਜੂਦਾ ਸਮੇਂ ਦੀ। ਹੁਣ ਮੌਜੂਦਾ ਸਥਿਤੀ ਬਿਲਕੁਲ ਉਲਟ ਹੋ ਗਈ ਹੈ। ਭਾਰਤ ਦੀ ਅਰਥਵਿਵਸਥਾ ਹੁਣ ਲਗਭਗ $4 ਟ੍ਰਿਲੀਅਨ ਦੀ ਹੈ। ਜੇਕਰ ਅਸੀਂ ਸਹੀ ਅੰਕੜਿਆਂ ਦੀ ਗੱਲ ਕਰੀਏ ਤਾਂ ਜੀਡੀਪੀ ਦੇ ਮਾਮਲੇ ਵਿੱਚ ਭਾਰਤ $3.94 ਟ੍ਰਿਲੀਅਨ ਤੱਕ ਪਹੁੰਚ ਗਿਆ ਹੈ। ਜੇਕਰ ਅਸੀਂ ਯੂਕੇ ਦੀ ਗੱਲ ਕਰੀਏ ਤਾਂ ਇਸ ਦੀ ਜੀਡੀਪੀ $3.5 ਟ੍ਰਿਲੀਅਨ ਹੈ, ਜੋ ਕਿ ਭਾਰਤ ਦੀ ਜੀਡੀਪੀ ਨਾਲੋਂ $440 ਬਿਲੀਅਨ ਘੱਟ ਹੈ। ਦੂਜੇ ਪਾਸੇ ਜੇਕਰ ਅਸੀਂ ਫਰਾਂਸ ਦੀ ਗੱਲ ਕਰੀਏ ਤਾਂ ਇਸ ਦਾ ਜੀਡੀਪੀ $3 ਟ੍ਰਿਲੀਅਨ ਤੋਂ ਵੱਧ ਹੈ। ਭਾਵ ਇਸ ਸਮੇਂ ਇਹ $3.13 ਟ੍ਰਿਲੀਅਨ ਹੈ। ਇਸ ਦਾ ਮਤਲਬ ਹੈ ਕਿ ਫਰਾਂਸ ਇਸ ਸਮੇਂ ਭਾਰਤ ਦੀ ਜੀਡੀਪੀ ਤੋਂ $810 ਬਿਲੀਅਨ ਪਿੱਛੇ ਹੈ। ਤਾਂ ਹੁਣ ਤੁਸੀਂ ਦੇਖਿਆ ਕਿਵੇਂ 1991 ਵਿੱਚ ਵਿਸ਼ਵੀਕਰਨ ਤੋਂ ਬਾਅਦ ਭਾਰਤ ਦੀ ਜੀਡੀਪੀ ਕਿੰਨੀ ਤੇਜ਼ੀ ਨਾਲ ਵਧੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 2047 ਤੱਕ ਦੇਸ਼ ਦਾ ਵਿਕਾਸ ਕਰਨ ਦੀ ਗੱਲ ਕੀਤੀ ਸੀ। ਦੇਸ਼ ਦਾ ਨੌਜਵਾਨ ਵਿਕਸਿਤ ਭਾਰਤ ਦਾ ਸੁਪਨਾ ਦੇਖ ਰਿਹਾ ਹੈ। ਇਸ ਸੁਪਨੇ ਨਾਲ ਅਜੋਕੇ ਨੌਜਵਾਨਾਂ ਦੇ ਸੁਪਨੇ ਜੁੜੇ ਹੋਏ ਨੇ। ਦੇਸ਼ ਦੇ ਵਿਕਾਸ ਦਾ ਵਿਜ਼ਨ ਦਸਤਾਵੇਜ਼ ਜੁਲਾਈ 2024 ਦੇ ਬਜਟ ਵਿੱਚ ਵੀ ਦੇਖਿਆ ਗਿਆ ਹੈ, ਜਿਸ ਦੀ ਸਰਕਾਰ ਸਿਰਫ ਝਲਕ ਹੀ ਦੇ ਰਹੀ ਹੈ। ਮਾਹਿਰਾਂ ਮੁਤਾਬਕ ਦੇਸ਼ ਦੀ ਆਰਥਿਕ ਵਿਕਾਸ ਦਰ 2047 ਤੱਕ 9% ਦੇ ਨੇੜੇ ਰਹਿਣ ਦੀ ਲੋੜ ਹੈ। ਨਾਲ ਹੀ ਦੇਸ਼ ਵਿੱਚ ਕਰੋੜਾਂ ਨੌਕਰੀਆਂ ਪੈਦਾ ਕਰਨੀਆਂ ਜ਼ਰੂਰੀਆਂ ਨੇ, ਜਿਸ ਤੇ ਸਰਕਾਰ ਤੇਜ਼ੀ ਨਾਲ ਕੰਮ ਕਰਦੀ ਨਜ਼ਰ ਆ ਰਹੀ ਹੈ। ਭਾਰਤ ਦੇ ਇਸ ਵਾਅਦੇ ਤੇ ਚੀਨ ਅਤੇ ਅਮਰੀਕਾ ਦੀ ਵੀ ਨਜ਼ਰ ਹੈ, ਜੋ ਆਪਣਾ ਤਾਜ ਬਿਲਕੁਲ ਵੀ ਗਵਾਉਣਾ ਨਹੀਂ ਚਾਹੁੰਦੇ। ਪਰ ਭਾਰਤ ਦੀ ਆਰਥਿਕਤਾ ਉਸ ਰਾਹ ਤੇ ਚੱਲ ਪਈ ਹੈ ਜੋ ਸਭ ਨੂੰ ਪਿੱਛੇ ਛੱਡਣ ਦੀ ਤਾਕਤ ਰੱਖਦਾ ਹੈ।